नाम कर अपने तेरे, जेता जियो पिंड सब तेरा। तू अंतरजामी पुरख भगवान, दासन दास कहे जन नानक। जिहा तू कराए तिहा करी बख्यान। सतनाम श्री वाहिगुरु साहिब जी। गुजरी महला तीजा। हर की तुम सेवा करो, दूजी सेवा करो ना कोई जी। हर की सेवा ते मनो चिंदिया फल पाईऐ, दूजी सेवा जन्म बिरथा जाए जी। हर मेरी प्रीत रीत है, हर मेरी कथा कहानी जी। गुर प्रसाद मेरा मन भीजै, इहा सेव बनी जियो रहाओ। हर मेरा सिमरत, हर मेरा शास्त्र, हर मेरा बंधव, हर मेरा भाई। हर की मैं भूख लागै, हर नाम मेरा मन तृप्त है। हर मेरा साक अंत होए सखाई, हर बिन होर रास कूड़ी है। चलदियाँ नाल न जाई, हर मेरा धन मेरे साथ चालै। जहाँ जाओ तै जाई, सो झूठा जो झूठे लागे। झूठे कर्म कमाई, कह नानक हर का भाणा होआ। कहना कछु न जाई, सो झूठा जो झूठे लागे। झूठे कर्म कमाई, कह नानक हर का भाणा होआ। कहना कछु न जाई। वाहिगुरु जी का खालसा, वाहिगुरु जी की फतेह। परम सत्कारयोग गुरु खालसा साध संगत जीओ। इस पावन स्थान ते गुरबाणी की जो लड़ीवार कथा चल रही है, तिस दे तहत गुजरी राग दे विच गुरु अमरदास महाराज जी का उच्चारण किया होया पावन शब्द पाठ आप जी ने सरवण किया है। ये पावन शब्द श्री गुरु ग्रंथ साहिब महाराज जी के पावन अंग 490 अंग ते सुभाएमान है। इस पावन शब्द दे विच गुरु अमरदास महाराज जी उत्तम जगियासू की अवस्था नूं बयान करते हैं। जदों कोई सच्चे सतगुरु के चरणों नाल जुड़ के वाहिगुरु के नाम की आराधना करता है, सच्चे गुरु की गुरमत लैके मत लैके सिक्ख्या लैके चलता है, उहदे जीवन दे विच वाहिगुरु प्रगट हो जाता है। जदों वाहिगुरु प्रगट हो गया है तो उस गुरमुख नूं आके कोई ये आखे कि तू इस तरह की पूजा कर, इस तरह के मंत्र जप, इस तरह का कर्म कर, तो वह गुरमुख अगों कह दिंदा है कि मैनू इस तरह के कर्म करन दी लोड़ नहीं है। जिवें आपां जदों भगत कबीर साहिब का जीवन पढ़ीए, भगत रविदास जी का जीवन पढ़ीए, उन्होंने कोल भी उस तरह के लोग आए तो उन्होंने आखिया तुसी इस तरह रब का मंदिर बना लो, इस तरह उहदे विच ठाकुर रखो, पूजा करो। तो अगों भगतां ने यही गल आखी है कि असीं उस ठाकर की पूजा करते हाँ जो सारे पासे रमिया होया है, सानू ये करन दी लोड़ नहीं है। क्योंकि ये भी पता लग जाता है इन्हां दी पूजा करके जीव नूं कुछ भी हासिल नहीं हुंदा।
ਭਗਤ ਕਬੀਰ ਸਾਹਿਬ ਜੀ ਦਾ ਇੱਕ ਸ਼ਬਦ ਹੈ, ਪਾਤੀ ਤੋਰੈ ਮਾਲਣੀ ਪਾਤੀ ਪਾਤੀ ਜੀਓ, ਜਿਸ ਪਾਹਣ ਕੋ ਪਾਤੀ ਤੋਰੈ ਸੋ ਪਾਹਣ ਨਿਰਜੀਓ। ਭੂਲੀ ਮਾਲਣੀ ਹੈ ਇਹੋ ਸਤਿਗੁਰ ਜਾਗਤਾ ਹੈ, ਜਿਉ ਮਾਲਣ ਭੁੱਲੀ ਹੋਈ ਹੈ ਜਿਹੜੀ ਠਾਕਰ ਦੀ ਪੂਜਾ ਵਾਸਤੇ ਫੁੱਲ ਤੋੜ ਰਹੀ ਹੈ, ਪੱਤਾ ਪੱਤਾ ਤੋੜ ਰਹੀ ਹੈ ਟਾਹਣੀ ਦੇ ਨਾਲੋਂ। ਉਹ ਸ਼ਬਦ ਦੇ ਅਖੀਰ ਦੇ ਵਿੱਚ ਭਗਤ ਕਬੀਰ ਸਾਹਿਬ ਇਹ ਵੀ ਗੱਲ ਆਖਦੇ ਨੇ ਕਿ ਮਾਲਣ ਭੂਲੀ ਜਗ ਭੁਲਾਨਾ ਹਮ ਭੁਲਾਨੇ ਨਾਹੀਂ। ਇਹ ਭੁੱਲੇ ਹੋਏ ਲੋਕ ਇਸ ਤਰ੍ਹਾਂ ਦੇ ਕੰਮ ਕਰਦੇ ਨੇ ਕਿ ਪਰਮ ਪਿਤਾ ਪਰਮਾਤਮਾ ਨੂੰ ਛੱਡ ਕੇ ਹੋਰ ਦੇਵੀ ਦੇਵਤਿਆਂ ਦੀ ਪੂਜਾ ਕਰਨ ਲੱਗ ਜਾਂਦੇ ਹਨ। ਇਸ ਕਰਕੇ ਭਗਤਾਂ ਨੇ, ਰੱਬ ਦੇ ਪਿਆਰਿਆਂ ਨੇ ਆਖਿਆ, ਜੇ ਨਾਮ ਜਪਣਾ ਪੂਜਾ ਕਰਨੀ ਹੈ ਤਾਂ ਕੇਵਲ ਪਰਮਾਤਮਾ ਦੀ ਕਰੋ। ਇਹਨਾਂ ਦੀ ਪੂਜਾ ਕਰਕੇ ਤੁਹਾਨੂੰ ਕੁਝ ਨਹੀਂ ਮਿਲਣਾ। ਤੇ ਬਾਣੀ ਵਿੱਚ ਇਹ ਵੀ ਬਚਨ ਆਉਂਦੇ ਨੇ, ਦੇਵੀ ਦੇਵਾ ਪੂਜੀਐ ਭਾਈ, ਕਿਆ ਮੰਗੋ ਕਿਆ ਦੇਹ। फिर जो पाथर को कहते देव ताकि बिरथा होवै, जो पाथर की पाई पाए तिसकी घाल अजाई जाए। ਜਿਹੜਾ ਇਸ ਤਰ੍ਹਾਂ ਪੱਥਰਾਂ ਦੀ ਪੂਜਾ ਕਰਦਾ ਹੈ ਉਹ ਵਿਰਥੀ ਚਲੀ ਜਾਂਦੀ ਹੈ। ਭਗਤ ਨਾਮਦੇਵ ਜੀ ਵੀ ਫਰਮਾਨ ਕਰਦੇ ਨੇ ਕਿ ਦੇਖੋ, ਜੇਕਰ ਤੁਸੀਂ ਰੱਬ ਨੂੰ ਛੱਡ ਕੇ, ਪਰਮਾਤਮਾ ਨੂੰ ਛੱਡ ਕੇ ਹੋਰ ਦੇਵੀ ਦੇਵਤਿਆਂ ਦੀ ਪੂਜਾ ਕਰੋਗੇ ਤੇ ਤੁਹਾਨੂੰ ਫਲ ਕੀ ਮਿਲੇਗਾ? ਤੁਹਾਨੂੰ ਫਲ ਇਹ ਮਿਲੇਗਾ, ਜਿਸ ਤਰ੍ਹਾਂ ਦੀ ਪੂਜਾ ਕਰੋਗੇ ਉਸ ਤਰ੍ਹਾਂ ਦਾ ਤੁਹਾਨੂੰ ਫਲ ਮਿਲੇਗਾ। ਤੇ ਉਹਨਾਂ ਦੇ ਆਪਾਂ ਬਚਨ ਪੜ੍ਹਦੇ ਹਾਂ, ਸ਼ਿਵ ਸ਼ਿਵ ਕਰਤੇ ਜੋ ਨਰ ਧਿਆਵੈ, ਬਰਦ ਜੜੇ ਡੋਰੂ ਟਮਕਾਵੈ। ਮਹਾਮਾਈ ਕੀ ਪੂਜਾ ਕਰੈ, ਨਰ ਸੈ ਨਾਰ ਹੋਏ ਅਵਤਰੈ। ਤੂੰ ਕਹੀ ਅਤਿ ਆਦ ਭਵਾਨੀ, ਮੁਕਤ ਕੀ ਬਰੀਆ ਕਹਾਂ ਛਪਾਨੀ। ਗੁਰਮਤਿ ਰਾਮ ਨਾਮ ਗੋ ਮੀਤਾ, ਪਰਣਵੈ ਨਾਮਾ ਇਉਂ ਕਹਿ ਗੀਤਾ। ਆਰੰਭ ਵਿੱਚ ਭਗਤ ਨਾਮਦੇਵ ਜੀ ਨੇ ਬਚਨ ਆਖੇ ਨੇ, ਭੈਰੋ ਭੂਤ ਸੀਤਲਾ ਧਾਵੈ, ਖਰ ਬਾਹਣ ਉਹ ਸ਼ਾਰ ਉਡਾਵੈ। ਹਉ ਤੋ ਏਕ ਰਮਈਆ ਲੈਹੋ, ਆਨ ਦੇਵ ਬਦਲਾਵਣ ਦੇਹੋ। ਕਿ ਜਿਹੜਾ ਭੈਰੋ ਦੀ ਪੂਜਾ ਕਰਦਾ ਹੈ, ਭੈਰੋ ਜਤੀਆਂ ਵਿੱਚੋਂ ਇੱਕ ਜਤੀ ਮੰਨਿਆ ਗਿਆ ਹੈ ਤੇ ਇਹਨੂੰ ਭੂਤਾਂ ਦਾ ਦੇਵਤਾ ਮੰਨਿਆ ਗਿਆ ਹੈ। ਕਹਿੰਦੇ ਜਿਹੜਾ ਭੈਰੋ ਦੀ ਪੂਜਾ ਕਰੇਗਾ ਉਹ ਫਿਰ ਭੈਰੋ ਭੂਤ ਸੀਤਲਾ ਧਾਵੈ, ਤੇ ਉਹ ਫਿਰ ਵਾਹ ਬਲੋਲਾ ਬਣ ਕੇ ਘੁੰਮਦਾ ਫਿਰੇਗਾ। ਤੇ ਜਿਹੜਾ ਸੀਤਲਾ ਦੀ ਪੂਜਾ ਕਰਦਾ ਹੈ, ਸੀਤਲਾ ਮਾਤਾ ਦੀ ਸਵਾਰੀ ਖੋਤੇ ਦੀ ਮੰਨੀ, ਗਧੇ ਦੀ ਮੰਨੀ ਗਈ ਹੈ, ਉਹਨੂੰ ਗਧਾ ਬੜਾ ਪਿਆਰਾ ਲੱਗਦਾ ਹੈ। ਭੈਰੋ ਭੂਤ ਸੀਤਲਾ ਧਾਵੈ, ਖਰ ਬਾਹਣ ਉਹ ਛਾਰੂ ਡਾਵੈ। ਉਹਦਾ ਵਾਹਣ ਖਰ ਹੈ, ਗਧਾ ਹੈ, ਗਧਾ ਬਣਨਾ ਪਵੇਗਾ। ਜਿਹੜਾ ਭੈਰੋ ਦੀ ਪੂਜਾ ਕਰੇਗਾ ਉਹ ਭੂਤ ਬਣੇਗਾ, ਵਾਹ ਰੋਲਾ ਬਣ ਕੇ ਤੁਰਿਆ ਫਿਰੇਗਾ। ਤਾਂ ਇਸ ਤਰ੍ਹਾਂ ਸਾਰਿਆਂ ਦੀ ਗੱਲ ਉੱਥੇ ਭਗਤ ਨਾਮਦੇਵ ਜੀ ਕਰਦੇ ਨੇ। ਕਹਿੰਦੇ ਅਸੀਂ ਕਿਸੇ ਦੇਵਤੇ ਦੀ ਪੂਜਾ ਨਹੀਂ ਕਰਦੀ, ਅਸੀਂ ਤਾਂ ਸਾਰੇ ਦੇਵੀ ਦੇਵਤਿਆਂ ਦੇ ਬਰਾਬਰ ਇੱਕ ਰੱਬ ਨੂੰ ਹੀ ਧਿਆਇਆ ਹੈ। ਸਾਡੇ ਵਾਸਤੇ ਸਾਰਾ ਕੁਝ ਉਹ ਪਰਮ ਪਿਤਾ ਪਰਮਾਤਮਾ ਹੈ। ਜਿਵੇਂ ਜਿਸ ਸਮੇਂ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਸਿੱਧਾਂ ਦੇ ਨਾਲ ਚਰਚਾ ਹੋਈ ਤੇ ਸਿੱਧ ਪਹਿਲਾਂ ਕਹਿੰਦੇ ਵੀ ਤੁਸੀਂ ਨਾ ਗੋਰਖਨਾਥ ਨੂੰ ਗੁਰੂ ਬਣਾ ਲਵੋ। ਭਾਈ ਗੁਰਦਾਸ ਜੀ ਵੀ ਲਿਖਦੇ ਨੇ ਆਪਣੀ ਬਾਣੀ ਦੇ ਵਿੱਚ ਕਿ ਸਿੱਧੀ ਮਨੇ ਵਿਚਾਰਿਆ, ਕਿਵੇਂ ਦਰਸ਼ਨ ਇਹ ਲੇਵੈ ਬਾਲਾ। ਐਸਾ ਜੋਗੀ ਕਲੀ ਮੈਂ ਹਮਰਾ, ਪੰਥ ਕਰੇ ਉਜਿਆਲਾ। ਸਿੱਧ ਵਿਚਾਰ ਕਰਦੇ ਨੇ ਗੁਰੂ ਨਾਨਕ ਪਾਤਸ਼ਾਹ ਇਹ ਬਾਲਕ ਸਾਡੇ ਜੇਕਰ ਪੰਥ ਵਿੱਚ ਆ ਜਾਵੇ, ਸਾਡੇ ਪੰਥ ਨੂੰ ਚਾਰ ਚੰਨ ਲੱਗ ਜਾਣਗੇ। ਬਾਲਾ ਤਾਂ ਕਿਹਾ ਹੈ ਕਿਉਂਕਿ ਗੁਰੂ ਨਾਨਕ ਪਾਤਸ਼ਾਹ ਦੇ ਸਾਹਮਣੇ ਜਿਹੜੇ ਸਿੱਧ ਹਨ ਉਹਨਾਂ ਦੀ ਉਮਰ ਬੜੀ ਵੱਡੀ ਹੈ।
ਤੇ ਯਤਨ ਉਹ ਕਰਦੇ ਨੇ। ਤੇ ਇਸ ਕਰਕੇ ਉਹਨਾਂ ਨੇ ਆਖਿਆ ਤੁਸੀਂ ਗੋਰਖਨਾਥ ਨੂੰ ਗੁਰੂ ਧਾਰਨ ਕਰ ਲਓ। ਮਹਾਰਾਜ ਕਹਿੰਦੇ ਸਾਨੂੰ ਲੋੜ ਨਹੀਂ ਹੈ। ਫਿਰ ਉਹ ਕਹਿੰਦੇ ਸ਼ਿਵ ਜੀ ਨੂੰ, ਬ੍ਰਹਮਾ ਨੂੰ, ਪਾਰਵਤੀ ਮਾਈ ਨੂੰ, ਸਰਸਵਤੀ ਮਾਈ ਨੂੰ, ਲక్ష్ਮੀ ਮਾਈ ਨੂੰ, ਵਿਸ਼ਨੂੰ ਨੂੰ, ਕਿਸੇ ਨੂੰ ਤਾਂ ਗੁਰੂ ਬਣਾਓ। ਮਹਾਰਾਜ ਕਹਿੰਦੇ ਸਾਡਾ ਗੁਰੂ ਹੈ ਸ਼ਬਦ, ਜੋ ਸਾਨੂੰ ਰੱਬ ਵੱਲੋਂ ਮਿਲਿਆ ਹੋਇਆ ਹੈ। ਸ਼ਬਦ ਗੁਰੂ ਸੁਰਤ ਧੁਨ ਚੇਲਾ। ਤੇ ਮਹਾਰਾਜ ਕਹਿੰਦੇ ਸਾਡਾ ਗੁਰੂ ਹੀ ਸਾਡੇ ਵਾਸਤੇ ਵਿਸ਼ਨੂੰ ਹੈ, ਬ੍ਰਹਮਾ ਹੈ, ਸ਼ਿਵ ਜੀ ਹੈ, ਸਾਰੀਆਂ ਦੇਵੀਆਂ ਹਨ। ਸਾਨੂੰ ਹੋਰ ਕਿਸੇ ਕੋਲ ਜਾਣ ਦੀ ਲੋੜ ਨਹੀਂ ਹੈ। ਗੁਰ ਈਸਰ ਜਪਜੀ ਸਾਹਿਬ ਤੁਸੀਂ ਪੜ੍ਹਦੇ ਹੋ ਨਾ, ਗੁਰ ਈਸਰ, ਗੁਰ ਗੋਰਖ ਬਰਮਾ, ਗੁਰ ਪਾਰਵਤੀ ਮਾਈ। ਸਾਡੇ ਵਾਸਤੇ ਸਾਡਾ ਗੁਰੂ ਹੀ ਸ਼ਿਵ ਜੀ ਹੈ, ਸਾਡੇ ਵਾਸਤੇ ਸਾਡਾ ਗੁਰੂ ਹੀ ਬ੍ਰਹਮਾ ਹੈ, ਸਾਡੇ ਵਾਸਤੇ ਸਾਡਾ ਗੁਰੂ ਹੀ ਵਿਸ਼ਨੂੰ ਹੈ, ਪਾਰਵਤੀ ਮਾਈ ਹੈ, ਸਰਸਵਤੀ ਮਾਈ ਹੈ, ਲక్ష్ਮੀ ਮਾਈ ਹੈ। ਕਿਉਂਕਿ ਤੁਸੀਂ ਵੇਖੋ ਸਨਾਤਨ ਧਰਮ ਦੇ ਅੰਦਰ ਜੇਕਰ ਲక్ష్ਮੀ ਦੀ ਲੋੜ ਹੈ, ਤੁਹਾਨੂੰ ਮਾਇਆ ਦੀ ਲੋੜ ਹੈ, ਤਾਂ ਲక్ష్ਮੀ ਮਾਤਾ ਦੀ ਪੂਜਾ ਕਰੋ। ਜੇਕਰ ਤੁਹਾਨੂੰ ਵਿਦਿਆ ਚਾਹੀਦੀ ਹੈ ਤਾਂ ਸਰਸਵਤੀ ਮਾਤਾ ਦੀ ਪੂਜਾ ਕਰੋ। ਜੇਕਰ ਤੁਸੀਂ ਮੌਤ ਤੋਂ ਬਚਣਾ ਚਾਹੁੰਦੇ ਹੋ, ਮੁਕਤ ਹੋਣਾ ਚਾਹੁੰਦੇ ਹੋ, ਤਾਂ ਸ਼ਿਵ ਜੀ ਦੀ ਪੂਜਾ ਕਰੋ। ਜੇ ਭੰਡਾਰਿਆਂ ਦੀ ਲੋੜ ਹੈ ਤਾਂ ਵਿਸ਼ਨੂੰ ਦੀ ਪੂਜਾ ਕਰੋ। ਜੇਕਰ ਆਪਣਾ ਕਿਰਤ ਦੇ ਵਿੱਚ ਨਵੀਨਤਾ ਲਿਆਉਣੀ ਹੈ, ਨਵਾਂ ਕੋਈ ਕੰਮ ਕਰਨਾ, ਤੇ ਬ੍ਰਹਮਾ ਜਾਂ ਗਣੇਸ਼ ਆਦਿ ਇਹ ਸਾਰੇ ਦੇਵਤਿਆਂ ਦੀ ਪੂਜਾ ਇਸੇ ਕਰਕੇ ਹੁੰਦੀ ਹੈ। ਮਹਾਰਾਜ ਕਹਿੰਦੇ ਭਾਈ ਸਾਨੂੰ ਇਹ ਚੀਜ਼ ਦੀ ਲੋੜ ਨਹੀਂ, ਕਿਉਂਕਿ ਸਾਡਾ ਗੁਰੂ ਹੀ ਸਾਡੀਆਂ ਸਾਰੀਆਂ ਜ਼ਰੂਰਤਾਂ ਨੂੰ ਪੂਰੀਆਂ ਕਰਦਾ ਹੈ। ਤੁਸੀਂ ਬਾਣੀ ਪੜ੍ਹੋ, ਬਾਣੀ ਪੜ੍ਹਨ ਦੇ ਨਾਲ ਕੋਈ ਕਮੀ ਨਹੀਂ ਰਹੇਗੀ। ਕਿਸੇ ਵੀ ਪੱਖ ਤੋਂ ਕਿਸੇ ਨੂੰ ਵਿਦਿਆ ਨਹੀਂ ਆਉਂਦੀ, ਕਿਸੇ ਦਾ ਕੰਮ ਨਹੀਂ ਚੱਲਦਾ, ਜਾਂ ਕਿਸੇ ਵੀ ਤਰ੍ਹਾਂ ਦਾ ਕੋਈ ਕਿਸੇ ਵੀ ਪਾਸੇ ਤੋਂ ਰੁਕਾਵਟ ਹੈ, ਬਾਣੀ ਸ਼ਬਦ ਦੇ ਨਾਲ ਜੁੜੋ ਬਸ। ਇਸ ਕਰਕੇ ਉੱਥੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਆਖਿਆ ਗੁਰ ਈਸਰ, ਗੁਰ ਗੋਰਖ ਬਰਮਾ, ਗੁਰ ਪਾਰਵਤੀ ਮਾਈ। ਵੀ ਸਾਡਾ ਗੁਰੂ ਹੀ ਸਾਡੇ ਵਾਸਤੇ ਸਾਰੇ ਦੇਵੀ ਦੇਵਤੇ ਨੇ, ਸਾਨੂੰ ਹੋਰ ਦੇਵਤਿਆਂ ਦੀ ਆਰਾਧਨਾ ਕਰਨ ਦੀ ਲੋੜ ਨਹੀਂ ਹੈ। ਇਹ ਬਚਨ ਇੱਥੇ ਗੁਰੂ ਅਮਰਦਾਸ ਮਹਾਰਾਜ ਜੀ ਵੀ ਆਖ ਰਹੇ ਹਨ ਕਿ ਕੇਵਲ ਪਰਮਾਤਮਾ ਦਾ ਨਾਮ ਜਪੋ, ਕੇਵਲ ਵਾਹਿਗੁਰੂ ਦਾ ਨਾਮ ਜਪੋ। ਫਿਰ ਜਿਸ ਤਰ੍ਹਾਂ ਦੇ ਦੇਵੀ ਦੇਵਤੇ ਦੀ ਤੁਸੀਂ ਪੂਜਾ ਕਰੋਗੇ, ਤੁਹਾਨੂੰ ਉਸ ਤਰ੍ਹਾਂ ਦਾ ਬਣਨਾ ਪਵੇਗਾ। ਕਿ ਜਿਹੜਾ ਭੈਰੋ ਦੀ ਪੂਜਾ ਕਰੇਗਾ ਉਹ ਭੂਤ ਬਣੇਗਾ, ਜਿਹੜਾ ਸੀਤਲਾ ਮਾਤਾ ਦੀ ਪੂਜਾ ਕਰੇਗਾ ਉਹ ਗਧਾ ਜਾ ਕੇ ਬਣ ਜਾਵੇਗਾ, ਕਿਉਂਕਿ ਸੀਤਲਾ ਮਾਤਾ ਨੂੰ ਉਹ ਬੜਾ ਪਿਆਰਾ ਲੱਗਦਾ ਹੈ। ਤੇ ਇਸ ਤਰ੍ਹਾਂ ਹੋਰ ਵੀ ਬਚਨ ਭਗਤ ਨਾਮਦੇਵ ਜੀ ਆਖਦੇ ਹਨ। ਸਤਿਗੁਰੂ ਜੀ ਕਹਿ ਰਹੇ ਨੇ ਭਾਈ ਸਾਰੀ ਦੁਨੀਆ ਰੱਬ ਦੀ ਪੂਜਾ ਕਰੋ ਤੁਸੀਂ। ਇਹਦਾ ਭਾਵ ਇਹ ਨਹੀਂ ਆਪਾਂ ਦੇਵੀ ਦੇਵਤਿਆਂ ਨੂੰ ਮਾੜਾ ਆਖਣਾ ਹੈ। ਉਹ ਦੇਵੀ ਦੇਵਤਿਆਂ ਨੇ ਵੀ ਪੂਜਾ ਰੱਬ ਦੀ ਬੰਦਗੀ ਕੀਤੀ ਹੈ, ਤਾਂ ਹੀ ਉਹਨਾਂ ਦਾ ਦੁਨੀਆ 'ਤੇ ਨਾਮ ਬਣਿਆ ਹੈ। ਪਰ ਜੇਕਰ ਤੁਸੀਂ ਚਾਹੋ ਕਿ ਇਹ ਤੁਹਾਡੀ ਕੁਝ ਪੂਰੀ ਕਰ ਦੇਣਗੇ ਤਾਂ ਇਹ ਨਹੀਂ ਕਰ ਸਕਦੇ। ਜਿਹੜਾ ਭਾਈ ਭਗੀਰਥ ਮਲਸੀਹਾਂ ਦਾ ਰਹਿਣ ਵਾਲਾ ਸੀ, ਸੁਲਤਾਨਪੁਰ ਦੇ ਕੋਲ ਇਹ ਨਗਰ ਹੈ ਮਲਸੀਹਾਂ, ਤੇ ਉਹ ਕਹਿੰਦੇ ਹਨ ਕਿ ਦੇਵੀ ਦੀ ਬੜੀ ਪੂਜਾ ਕਰਦਾ ਹੁੰਦਾ ਸੀ, ਪਰ ਉਹ ਆਤਮ ਜਗਿਆਸੂ ਸੀ ਤੇ ਉਹਨੂੰ ਕਿਤੇ ਮਹਾਂਪੁਰਸ਼ਾਂ ਦਾ, ਰੱਬ ਦੇ ਪਿਆਰਿਆਂ ਦਾ ਸੰਜੋਗ ਹੋਇਆ ਤੇ ਉਹਨਾਂ ਨੇ ਆਖਿਆ ਵੀ ਤੂੰ ਕੀ ਪੂਜਾ ਕਰਦਾ ਹੁੰਦਾ, ਕਿਉਂਕਿ ਗੁਰਮੁਖਾਂ ਦਾ ਸੁਭਾਅ ਰੱਬ ਦੇ ਪਿਆਰਿਆਂ ਦਾ ਉਹੀ ਪੁੱਛਦੇ ਨੇ ਤੁਹਾਡਾ ਨੇਮ ਕੀ ਹੈ, ਧਰਮ ਕੀ, ਕਰਮ ਕੀ ਹੈ। ਤਾਂ ਉਹਨੇ ਕਿਹਾ ਮੈਂ ਪੂਜਾ ਕਰਦਾ ਦੇਵੀ ਦੀ।
ਕਹਿੰਦੇ ਤੂੰ ਰੱਬ ਦਾ ਨਾਮ ਜਪਿਆ ਕਰ, ਦੇਵੀ ਤੈਨੂੰ ਮੁਕਤ ਨਹੀਂ ਕਰ ਸਕਦੀ। ਉਹ ਕਹਿੰਦਾ ਨਹੀਂ ਜੀ ਮੈਂ ਤਾਂ ਬਹੁਤ ਪੂਜਾ ਕਰਦਾ, ਪਰ ਮਹਾਂਪੁਰਸ਼ ਕਹਿਣ ਲੱਗੇ ਤੂੰ ਮੁਕਤ ਨਹੀਂ ਹੋਵੇਂਗਾ, ਜਿੰਨੀ ਮਰਜ਼ੀ ਪੂਜਾ ਕਰੀ ਜਾ। ਕਹਿੰਦੇ ਹਨ ਇਹ ਬਚਨ ਕਹਿ ਕੇ ਉਹ ਚਲੇ ਗਏ। ਇਹ ਹੁਣ ਬੜਾ ਪਾਠ ਪੂਜਾ ਕਰਨ ਵਾਲਾ ਸੀ ਤੇ ਇਹਨੇ ਅਰਦਾਸ ਕਰਨੀ ਸ਼ੁਰੂ ਕਰਤੀ ਕਿ ਮਾਤਾ ਮੈਨੂੰ ਮੁਕਤੀ ਚਾਹੀਦੀ ਹੈ। ਇਹਨੂੰ ਰਾਤ ਨੂੰ ਸੁਪਨਾ ਆਇਆ। ਕਈ ਰਾਈਟਰਾਂ ਨੇ ਵੀ ਲਿਖਿਆ ਕਿ ਮਾਤਾ ਇਹਦੇ ਸਾਹਮਣੇ ਪ੍ਰਗਟ ਹੋ ਗਈ ਤੇ ਉਹਨੇ ਆਖਿਆ ਮੰਗ, ਤੇ ਇਹਨੇ ਆਖਿਆ ਮੈਂ ਮੁਕਤ ਹੋਣਾ ਹੈ। ਤਾਂ ਉਹ ਦੇਵੀ ਕਹਿੰਦੀ ਵੀ ਮੈਂ ਮੁਕਤ ਨਹੀਂ ਕਰ ਸਕਦੀ, ਪਦਾਰਥਾਂ ਦੇ ਸਕਦੀ ਹਾਂ ਕੁਝ, ਪਰ ਮੁਕਤੀ ਨਹੀਂ ਦੇ ਸਕਦੀ। ਮੁਕਤੀ ਕਿਤੋਂ ਮਿਲੇਗੀ? ਮੁਕਤੀ ਮਿਲੇਗੀ ਨਾਮ ਦੇ ਵਿੱਚੋਂ, ਪਰਮਾਤਮਾ ਦੇ ਨਾਮ ਦੇ ਵਿੱਚੋਂ ਸਾਰਾ ਕੁਝ ਮਿਲੇਗਾ। ਉਹ ਨਾਮ ਦਾ ਦਾਤਾ ਗੁਰੂ ਨਾਨਕ ਸੁਲਤਾਨਪੁਰ ਦੇ ਵਿੱਚ ਬੈਠਾ ਹੋਇਆ ਹੈ। ਉਸ ਸਮੇਂ ਮਹਾਰਾਜ ਮੋਦੀ ਦੀ ਕਾਰ ਕਰ ਰਹੇ ਸਨ। ਤਾਂ ਫਿਰ ਇਹ ਭਾਈ ਭਗੀਰਥ ਮਲਸੀਆਂ ਪਿੰਡ ਤੋਂ ਚੱਲ ਕੇ ਗੁਰੂ ਨਾਨਕ ਦੇਵ ਜੀ ਦੀ ਸ਼ਰਨ ਵਿੱਚ ਆਇਆ, ਮਹਾਰਾਜ ਜੀ ਦੇ ਚਰਨਾਂ ਨਾਲ ਜੁੜਿਆ। ਇਹਨੇ ਫਿਰ ਦੇਵੀ ਦੀ ਪੂਜਾ ਛੱਡ ਕੇ ਮਹਾਰਾਜ ਨੇ ਕਿਹਾ ਭਾਈ ਰੱਬ ਦਾ ਨਾਮ ਜਪੋ, ਪਰਮੇਸ਼ਵਰ ਦਾ ਨਾਮ ਜਪੋ, ਉਹਦੇ ਵਿੱਚ ਹੀ ਸਾਰਾ ਕੁਝ ਹੈ। ਵੇਖੋ ਕਿਸੇ ਦੇਵੀ ਦੇਵਤੇ ਨੂੰ ਮਾੜਾ ਨਹੀਂ ਆਖਣਾ ਤੇ ਨਾ ਅਸੀਂ ਉਹਨਾਂ ਦੀ ਪੂਜਾ ਕਰਨੀ ਹੈ। ਨਾਮ ਜਪਣਾ ਹੈ ਅਕਾਲ ਪੁਰਖ ਵਾਹਿਗੁਰੂ ਦਾ, ਸ਼ਬਦ ਦੇ ਨਾਲ ਜੁੜਨਾ। ਵਾਹੋ ਵਾਹੋ ਬਾਣੀ ਨਿਰੰਕਾਰ ਹੈ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਨ ਕਰ ਰਹੇ ਨੇ, ਗੁਜਰੀ ਮਹੱਲਾ ਤੀਜਾ। ਗੁਜਰੀ ਰਾਗ ਦੇ ਵਿੱਚ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਜੀ ਫਰਮਾਨ ਕੀਤਾ, ਹਰ ਕੀ ਤੁਮ ਸੇਵਾ ਕਰੋ, ਦੂਜੀ ਸੇਵਾ ਕਰੋ ਨਾ ਕੋਏ ਜੀ। ਮਹਾਰਾਜ ਕਹਿੰਦੇ ਭਾਈ ਰੱਬ ਦੀ ਸੇਵਾ ਕਰੋ। ਸੇਵਾ ਦਾ ਭਾਵ ਹੈ ਨਾਮ ਜਪਣਾ, ਵੀ ਰੱਬ ਦਾ ਹੀ ਨਾਮ ਜਪੋ। ਹੋਰ ਦੂਜੇ ਕਿਸੇ ਦੇਵੀ ਦੇਵਤੇ ਦੀ ਪੂਜਾ ਕਰਨ ਦੀ, ਨਾਮ ਜਪਣ ਦੀ ਲੋੜ ਨਹੀਂ ਹੈ। ਹਰ ਕੀ ਸੇਵਾ ਤੇ ਮਨੋ ਚਿੰਦਿਆ ਫਲ ਪਾਈਐ, ਦੂਜੀ ਸੇਵਾ ਜਨਮ ਬਿਰਥਾ ਜਾਏ ਜੀ। ਵਾਹਿਗੁਰੂ ਦੀ ਸੇਵਾ ਕਰਕੇ ਤੁਹਾਨੂੰ ਮਨ ਇੱਛਤ ਫਲ ਦੀ ਪ੍ਰਾਪਤੀ ਹੋਵੇਗੀ। ਦੂਜਿਆਂ ਦੀ ਸੇਵਾ ਕਰਕੇ ਜਨਮ ਬਿਰਥਾ ਚਲਾ ਜਾਵੇਗਾ, ਕਿਉਂਕਿ ਸਾਰੇ ਦੇਵੀ ਦੇਵਤੇ, ਇਹ ਸਾਰੀ ਕੁਦਰਤ ਰੱਬ ਦੀ ਨੌਕਰ ਹੈ। ਆਪਾਂ ਮਾਲਕ ਨੂੰ ਛੱਡ ਕੇ ਨੌਕਰ ਦੇ ਪੈਰੀਂ ਹੱਥ ਲਾਵਾਂਗੇ, ਕੀ ਮਿਲੇਗਾ? ਸੂਰਜ, ਚੰਦਰਮਾ, ਇਹ ਸਭ ਰੱਬ ਦੇ ਨੌਕਰ ਨੇ। ਸੂਰਜ ਦੀ ਵੀ ਪੂਜਾ ਹੁੰਦੀ ਹੈ, ਚੰਦਰਮਾ ਦੀ ਵੀ ਹੁੰਦੀ ਹੈ, ਮੰਗਲ ਦੀ ਵੀ ਹੁੰਦੀ ਹੈ, ਸ਼ਨੀ ਗ੍ਰਹਿ ਦੀ ਵੀ ਹੁੰਦੀ ਹੈ। ਇਹ ਸਾਰੇ ਗ੍ਰਹਿ ਨੇ ਆਕਾਸ਼ ਦੇ ਵਿੱਚ। ਹੋਰ ਵੀ ਹਨ, ਸ਼ੁਕਰ ਗ੍ਰਹਿ ਹੈ, ਤਾਂ ਕਈ ਹਨ, ਹੋਰ ਵੀ ਹਨ ਬੇਅੰਤ। ਜਾਂ ਜਿੰਨੇ ਦੇਵੀ ਦੇਵਤੇ, ਇਹ ਸਭ ਰੱਬ ਦੇ ਨੌਕਰ ਨੇ। ਇਹਨਾਂ ਨੂੰ ਮਾੜਾ ਨਹੀਂ ਆਖਣਾ, ਕਿਉਂਕਿ ਰੱਬ ਨੇ ਬਣਾਇਆ ਇਹਨਾਂ ਨੂੰ। ਪਰ ਇਹਨਾਂ ਦੀ ਪੂਜਾ ਤੁਸੀਂ ਕਰੋਗੇ, ਕੀ ਮਿਲੇਗਾ? ਇੱਕ ਪਾਸੇ ਜਾ ਕੇ ਮਾਲਕ ਨੂੰ ਮਿਲਣਾ ਹੈ ਤੇ ਇੱਕ ਤੁਸੀਂ ਨੌਕਰ ਨੂੰ ਜਾ ਕੇ ਮਿਲੋਗੇ। ਕਿੰਨਾ ਫਰਕ ਹੈ ਮਾਲਕ ਵਿੱਚ ਤੇ ਨੌਕਰ ਵਿੱਚ, ਕਿੰਨਾ ਫਰਕ ਹੈ? ਤੋ ਮਹਾਰਾਜ ਕਹਿੰਦੇ ਰੱਬ ਦੇ ਨਾਲ ਹੀ ਜੁੜੋ, ਹਰ ਕੀ ਸੇਵਾ ਤੇ ਮਨੋ ਚਿੰਦਿਆ ਫਲ ਪਾਈਐ, ਦੂਜੀ ਸੇਵਾ ਜਨਮ ਬਿਰਥਾ ਜਾਏ ਜੀ। ਰੱਬ ਦੀ ਸੇਵਾ ਕਰੋਗੇ ਤੁਹਾਨੂੰ ਸਾਰਾ ਕੁਝ ਮਿਲੇਗਾ, ਪਰ ਰੱਬ ਨੂੰ ਛੱਡ ਕੇ ਹੋਰ ਪੂਜਾ ਕਰੋਗੇ, ਜਨਮ ਬਿਰਥਾ ਚਲਾ ਜਾਵੇਗਾ। ਹਰ ਮੇਰੀ ਪ੍ਰੀਤ ਰੀਤ ਹੈ, ਹਰ ਮੇਰੀ ਕਥਾ ਕਹਾਣੀ ਜੀ। ਗੁਰਮੁਖ ਭਾਵ ਜੋ ਰੱਬ ਦੀ ਬੰਦਗੀ ਕਰਨ ਵਾਲੇ ਨੇ, ਉਹ ਕਹਿੰਦੇ ਸਾਡੀ ਪ੍ਰੀਤ ਰੱਬ ਨਾਲ ਹੈ। ਸਾਡੇ ਜੀਵਨ ਦੀ ਰੀਤ ਮਰਿਆਦਾ ਰੱਬੀ ਮਰਿਆਦਾ ਹੈ। ਜੋ ਮਰਿਆਦਾ ਪਰਮਾਤਮਾ ਨੇ ਸਾਨੂੰ ਦਿੱਤੀ ਹੈ, ਉਹਦੇ ਵਿੱਚ ਰਹਿਣਾ ਹੈ। ਉਹਦੇ ਵਿੱਚੋਂ ਇੱਕ ਮੈਂ ਮੋਟੀ ਜੀ ਗੱਲ ਕਰ ਦੇਵਾਂ। ਆਪਾਂ ਜਿਹੜਾ ਇਹ ਸਰੀਰ ਨੂੰ ਸਾਬਤ ਰੱਖਣਾ ਹੈ ਨਾ, ਕੇਸਾਂ ਨੂੰ, ਇਹ ਰੱਬੀ ਮਰਿਆਦਾ ਹੈ। ਕਿਉਂਕਿ ਰੱਬ ਨੇ ਚਾਹਿਆ ਸਾਡੇ ਕੇਸ ਸੀਸ ਦੇ ਲੰਮੇ ਹੋਣ, ਮੁੱਖ 'ਤੇ ਦਾੜੀ ਹੋਵੇ, ਮੁਸ਼ਹਿਰੇ ਹੋਣ। ਇਹ ਪਰਮਾਤਮਾ ਦੀ, ਜਿਹੜੇ ਕੱਟਦੇ ਨੇ ਉਹ ਪਰਮਾਤਮਾ ਦੀ ਮਰਿਆਦਾ ਨੂੰ ਤੋੜਦੇ ਨੇ ਅਤੇ ਪਰਮਾਤਮਾ ਦੇ ਦੋਸ਼ੀ ਹਨ। ਕਿਉਂਕਿ ਪਰਮਾਤਮਾ ਨੇ ਵੇਖੋ
सानू जो जीवन की मर्यादा दी है, असी परमात्मा की मर्यादा में चल रहे हैं। गुरु महाराज ने सानू वही मर्यादा दी जो परमात्मा की मर्यादा है। कई कहते ने जी दाढ़ी नूं किहड़ा अंब लगने ने, तो उन्होंने बंदा पूछे तेरे कन्नां नूं किहड़ा सेब लगने ने, अखां नूं किहड़ा, ये भी कढ़ के रख दे, कन्न भी कट दे, अपनी अखां भी बाहर कढ़ के रख दे, दंद भी भन के रख दे, क्यों ये चक्की फिरदा सारा कुछ। कैसे लोग तर्क करते ने परमात्मा दे, ये आपां परमात्मा दे दोषी हुंदे आ जदों इस तरह की गल करते हैं। गुरमुखो, ये परमात्मा की रीत है कि मनुख दा, बंदे दा शरीर इस तरह होवे, इस्तरी दा शरीर इस तरह दा होवे, ते जिहड़ी इस्तरी भैन बीबी वीर परमात्मा की मर्यादा विच चलदा है, परमात्मा उहदे ते खुश हुंदा है, उहदे ते परमात्मा की बख्शिश हुंदी है। सानू ये जिहड़ा शरीर दिता है रब ने दिता है, तो असी इहदी मर्यादा विच रहना है, इहदी मर्यादा विच रहना है। जिस तरह का भी दिता है उस मर्यादा विच रहना है। महाराज कहते गुरमुख यही गल कहते ने। कई आपां वेखदे हां जटावां बना लैंदे ने शरीर केसां दीयां, वो भी ठीक नहीं है, क्योंकि परमात्मा नहीं चाहता वो इदां जटावां होण। हर मेरी प्रीत रीत है हर मेरी कथा कहानी की कथा, मेरी कथा जो मैं रोज़ करदा हाँ, मेरे जीवन का जो हिस्सा है, मेरी कथा कहानी की है, गुरमुखां दा की है, वो रब्बी हुक्म दे विच चलदे ने, रब दा नाम जपदे ने। यही उन्हां दा जीवन का रोज़ रोजान मचा है। रोज़ की करते ने, बाणी पढ़नी, नाम जपना, उहदे हुक्म दे विच चलना, यही साडी कथा कहानी भाव साडा रोज़ का जीवन यही है कि असी रब दा नाम जपदे ने। गुरमुख ये गल कहंदे हन, गुर प्रसाद मेरा मन भीजै इहा सेव बनी जीओ। पर यह अवस्था मिली किवें है? गुरु की किरपा नाल। गुरु की किरपा नाल मेरा मन वाहिगुरु की बंदगी दे विच भेज गया है। ये सेवा बनी रब की, यही सेवा है कि इस तरह अपने जीवन नूं गुरमत दे विच रह के परमात्मा की बंदगी करदियां जीवना रहाओ। विश्राम दे के कहंदे ने, हर मेरा सिमरत, हर मेरा शास्त्र, हर मेरा बंधव, हर मेरा भाई। सानू शास्त्र पढ़न की लोड़ नहीं है, बस बाणी ही पढ़ी चलो। बाणी दे विच सारा कुछ है। तुसी बाणी पढ़ोगे ना। एक दिन बाबा गुरबचन सिंह जी पिंडरां वाले महापुरख, उन्हां दे कोल एक गुरमुख प्यारे कहन लगे, जी मैं नाम का जो अभ्यास करदा हाँ, मैनू होर अखर भी दिखाई देंदे ने। तो महापुरुष कहते, भाई नाम का बाणी का अभ्यास जदों तुसीं करोगे तुहानूं सब तरह की विद्या फुरन लग जाएगी। नाम का बाणी का अभ्यास ऐसा है। हुण वेखो, भगत रविदास जी नूं उस समय मदरसे विच स्कूल विच जाण ते पाबंदी है। उस समय स्कूल की हुंदे सी, मंदिरां विच ही पढ़ाया जांदा सी। विद्या जिहड़ी है मसीतां दे विच पढ़ाया जांदा सी, ते शूदरां नूं तां मंदिरां विच वड़न दा हुक्म नहीं है। ते जिहड़ा मुसलमान नहीं वो भी मसीत विच नहीं जा सकदा। पर वेखो वो जुत्तियां गणदे ने। बंदगी कीती, उन्हां दी बाणी सारी काव रूप दे विच है, रागां दे विच है बाणी उन्हां दी। ये कित्थों आ गई? ये नाम दे विचों, सब कुछ नाम दे विचों ही है। उन्होंने परमात्मा का नाम जपिया, सब तरह की विद्या फुरदी है। वेखो उन्हां दी बाणी दे विच सब तरह की विद्या का सुमेल मिलता है, बड़ा डूंगा ज्ञान। तो वो किते ना किते यूनीवर्सिटियां विच पढ़न गए ने, ना किते उन्होंने मंदिरां विच पढ़न का हुक्म सी। ये नाम करके ही उन्होंने अंदरों ये ब्रह्म विद्या फुरी है। सब तरह की विद्या सानू रब दे नाम दे विचों आउण लग जाती है। संगीत विद्या, काव्य विद्या, जो कुछ भी है, नाम का एडा वड्डा भारी महात्म है। जिहड़े अपने पंथ दे महान रागी होए ने भाई हीरा सिंह जी,
ਉਹਨਾਂ ਦੇ ਜੀਵਨ ਦੀ ਘਟਨਾ ਹੈ ਕਿ ਉਹਨਾਂ ਨੇ ਬਾਬਾ ਗੁਰਬਚਨ ਸਿੰਘ ਜੀ ਕੋਲ ਆਖਿਆ ਸੀ ਵੀ ਮੇਰਾ ਜਿਹੜਾ ਹੈ ਕੋਈ ਕੀਰਤਨ ਨਹੀਂ ਸੁਣਦਾ। ਤਾਂ ਉਹਨਾਂ ਨੇ ਕਿਹਾ ਰਾਗ ਮਾਲਾ ਦੇ ਤੁਸੀਂ ਇੰਨੇ ਪਾਠ ਕਰੋ। ਜਦੋਂ ਉਹਨਾਂ ਨੇ ਰਾਗ ਮਾਲਾ ਦੇ ਪਾਠ ਕੀਤੇ ਤੇ ਵੇਖੋ ਫਿਰ ਉਹਨਾਂ ਦੇ ਕੀਰਤਨ ਦੇ ਵਿੱਚ ਕਿੰਨੀ ਬਰਕਤ ਆ ਗਈ ਕਿ ਉਹ ਜਿੱਥੇ ਵੀ ਕੀਰਤਨ ਕਰਨ ਜਾਂਦੇ ਸਨ ਮੁਸਲਮਾਨ ਆਪਣੇ ਬੱਚਿਆਂ ਨੂੰ ਛੁਪਾ ਲੈਂਦੇ ਸਨ ਕਿ ਇਹਦਾ ਕੀਰਤਨ ਸੁਣ ਕੇ ਬੱਚੇ ਅੰਮ੍ਰਿਤ ਛਕ ਕੇ ਸਿੱਖ ਬਣ ਜਾਂਦੇ ਹਨ। ਇੰਨਾ ਵੱਡਾ ਬਾਣੀ ਦਾ ਮਹਾਤਮ ਹੈ, ਉਹ ਬਰਕਤਾਂ ਆ ਜਾਂਦੀਆਂ ਹਨ। ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਕਿ ਸਾਨੂੰ ਹੋਰ ਸਿਮਰਤੀਆਂ ਸ਼ਾਸਤਰ ਪੜ੍ਹਨ ਦੀ ਲੋੜ ਨਹੀਂ, ਰੱਬ ਦਾ ਨਾਮ ਹੀ ਜਪਣਾ ਸਭ ਤੋਂ ਵੱਡਾ। ਸਿਮਰਤੀਆਂ ਨੂੰ ਪੜ੍ਹਨਾ, ਸ਼ਾਸਤਰਾਂ ਨੂੰ ਪੜ੍ਹਨਾ। ਹਰ ਮੇਰਾ ਸਿਮਰਤ, ਰੱਬ ਹੀ ਮੇਰਾ ਸਿਮਰਤੀਆਂ ਹਨ, ਮੈਨੂੰ ਹੋਰ ਸਿਮਰਤੀਆਂ ਪੜ੍ਹਨ ਦੀ ਲੋੜ ਨਹੀਂ। ਸਿਮਰਤੀਆਂ ਰੱਬ ਨਹੀਂ ਹਨ, ਮੇਰਾ ਰੱਬ ਹੀ ਮੇਰੇ ਵਾਸਤੇ ਸਿਮਰਤੀਆਂ ਹਨ। ਹਰ ਮੇਰਾ ਸ਼ਾਸਤਰ, ਸ਼ਾਸਤਰਾਂ ਵਿੱਚ ਮਰਿਆਦਾ ਬੰਨੀ ਹੋਈ ਹੈ। ਮਹਾਰਾਜ ਕਹਿੰਦੇ ਸਾਨੂੰ ਹੋਰ ਕੋਈ ਸ਼ਾਸਤਰ ਪੜ੍ਹਨ ਦੀ ਵੀ ਲੋੜ ਨਹੀਂ ਹੈ। ਵਾਹਿਗੁਰੂ ਵਾਹਿਗੁਰੂ ਜਪਣਾ ਹੀ ਸ਼ਾਸਤਰਾਂ ਦੇ ਅਧੀਨ ਚੱਲਣਾ ਹੈ। ਸ਼ਾਸਤਰ ਹੈ ਸਭ ਤੋਂ ਵੱਡਾ, ਪਰਮਾਤਮਾ ਦੀ ਬੰਦਗੀ ਕਰਨੀ। ਹਰ ਮੇਰਾ ਬੰਧਵ, ਹਰ ਮੇਰਾ ਭਾਈ, ਵਾਹਿਗੁਰੂ ਹੀ ਮੇਰਾ ਮਿੱਤਰ ਹੈ, ਦੋਸਤ ਹੈ, ਵਾਹਿਗੁਰੂ ਹੀ ਮੇਰਾ ਭਰਾ ਹੈ। ਭਾਵ ਸਾਨੂੰ ਇਹਨਾਂ ਦਾ ਓਟ ਆਸਰਾ ਲੈਣ ਦੀ ਲੋੜ ਨਹੀਂ ਹੈ। ਰੱਬ ਹੀ ਸਾਡੀ ਭਰਾ ਵਾਂਗ, ਦੋਸਤ ਵਾਂਗ ਮਦਦ ਕਰੇਗਾ ਜੇ ਅਸੀਂ ਰੱਬ ਦਾ ਨਾਮ ਜਪਾਂਗੇ। ਮਹਾਰਾਜ ਕਹਿੰਦੇ ਹਰ ਕੀ ਮੈਂ ਭੂਖ ਲਾਗੈ ਹਰ ਨਾਮ, ਮੇਰਾ ਮਨ ਤ੍ਰਿਪਤ ਹੈ ਹਰ ਮੇਰਾ ਸਾਗੰਤ ਹੋਏ ਸਖਾਈ। ਵਾਹਿਗੁਰੂ ਦੀ ਹੀ ਮੈਨੂੰ ਭੁੱਖ ਲੱਗੀ ਹੈ ਨਾਮ ਜਪਣ ਦੀ, ਬੰਦਗੀ ਕਰਨ ਦੀ। ਅਤੇ ਵਾਹਿਗੁਰੂ ਦੇ ਨਾਮ ਨੂੰ ਜਪ ਕੇ ਹੀ ਮੇਰਾ ਮਨ ਤ੍ਰਿਪਤ ਹੁੰਦਾ ਹੈ। ਵਾਹਿਗੁਰੂ ਹੀ ਸਾਡਾ ਸਗਾ ਸੰਬੰਧੀ ਹੈ ਜੋ ਸਾਡਾ ਅੰਤ ਸਮੇਂ ਵੀ ਸਖਾਈ ਹੋਵੇਗਾ। ਹਰ ਬਿਨ ਹੋਰ ਰਾਸ ਹੈ ਕੂੜੀ, ਚਲਦਿਆਂ ਨਾਲ ਨਾ ਜਾਈ। ਵਾਹਿਗੁਰੂ ਤੋਂ ਬਿਨਾਂ ਹੋਰ ਜਿੰਨੀ ਵੀ ਆਪਾਂ ਰਾਸ ਪੂੰਜੀ ਭਾਵੇਂ ਦੁਨੀਆ ਦੇ ਸੰਬੰਧ ਨੇ ਇਕੱਠੇ ਕਰਨੇ ਨੇ, ਮਹਾਰਾਜ ਕਹਿੰਦੇ ਇਹਨਾਂ ਵਿੱਚੋਂ ਕੋਈ ਵੀ ਨਾਲ ਨਹੀਂ ਜਾਂਦਾ। ਹਰ ਮੇਰਾ ਧਨ ਮੇਰੇ ਸਾਥ ਚਾਲੈ, ਜਹਾਂ ਹੋ ਜਾਓ ਤੈ ਜਾਈ। ਵਾਹਿਗੁਰੂ ਦਾ ਨਾਮ ਧਨ ਮੇਰਾ ਹੈ ਸਦੀਵੀ ਕਾਲ, ਜੋ ਜਿੱਥੇ ਵੀ ਮੈਂ ਜਾਵਾਂਗਾ ਉੱਥੇ ਨਾਮ ਧਨ ਮੇਰੀ ਮਦਦ ਕਰੇਗਾ। ਜਿੱਥੇ ਵੀ ਜਾਵਾਂਗੇ, ਜਿੱਥੇ ਹਰ ਆਰਾਧੀ ਹੈ ਤਿੱਥੈ ਹਰ ਮਿੱਤ ਸਹਾਈ। ਗੁਰ ਕਿਰਪਾ ਤੇ ਹਰ ਮਨ ਵਸੈ, ਹੋਰ ਤਵਿਦ ਲਿਆ ਨਾ ਜਾਈ। ਸੋ ਝੂਠਾ ਜੋ ਝੂਠੈ ਲਾਗੈ, ਝੂਠੇ ਕਰਮ ਕਮਾਈ। ਝੂਠਾ ਮਨੁੱਖ ਕੌਣ ਹੈ? ਜਿਹੜਾ ਰੱਬ ਨੂੰ ਛੱਡ ਕੇ ਹੋਰ ਕਰਮਾਂ ਵਿੱਚ ਲੱਗਾ ਹੋਇਆ ਹੈ ਅਤੇ ਜਿਹੜਾ ਝੂਠੇ ਕਰਮ ਕਰ ਰਿਹਾ ਹੈ। ਕਹੈ ਨਾਨਕ ਹਰਿ ਕਾ ਭਾਣਾ ਹੋਆ, ਕਹਿਣਾ ਕਛੂ ਨਾ ਜਾਈ। ਮਹਾਰਾਜ ਕਹਿੰਦੇ ਭਾਈ ਵਾਹਿਗੁਰੂ ਦੇ ਭਾਣੇ ਵਿੱਚ ਹੀ ਸਭ ਕੁਝ ਹੈ। ਸਾਰੀ ਸ੍ਰਿਸ਼ਟੀ ਉਹਦੇ ਭਾਣੇ ਦੇ ਵਿੱਚ ਹੈ, ਉਹਦੇ ਹੁਕਮ ਦੇ ਵਿੱਚ ਹੈ। ਉਹਦਾ ਹੁਕਮ ਕਿੱਡਾ ਕੁ ਵੱਡਾ ਪਸਾਰਾ ਚੱਲ ਰਿਹਾ ਹੈ, ਕਹਿਣ ਬਿਆਨ ਨਹੀਂ ਕੀਤਾ ਜਾ ਸਕਦਾ। ਆਪਾਂ ਅੰਤ ਨਹੀਂ ਲੈ ਸਕਦੇ। ਆਪਣਾ ਕੰਮ ਇੰਨਾ ਹੈ ਵੀ ਆਪਾਂ ਰੱਬ ਦੀ ਬੰਦਗੀ ਕਰੀਏ ਬਸ। ਆਪਾਂ ਅੰਤ ਨਹੀਂ ਲੈ ਸਕਦੇ ਉਹਦੇ ਪਸਾਰੇ ਦਾ, ਉਹਦੀ ਕੁਦਰਤ ਦਾ ਕੀ ਕੁਝ ਹੋ ਰਿਹਾ ਹੈ। ਬਸ ਸਾਡਾ ਇਹੀ ਫਰਜ਼ ਹੈ ਕਿ ਅਸੀਂ ਗੁਰਮਤ ਲੈ ਕੇ ਚੱਲੀਏ, ਨਾਮ ਜਪੀਏ, ਬਾਣੀ ਪੜ੍ਹੀਏ ਅਤੇ ਇਹਦੇ ਵਿੱਚ ਹੀ ਸਾਡਾ ਭਲਾ ਹੈ। ਇਸ ਤਰ੍ਹਾਂ ਸਾਹਿਬ ਸੱਚੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਫਰਮਾਨ ਕੀਤਾ ਹੈ। ਸਤਿਗੁਰੂ ਦੀ ਅਗਾਧ ਬੋਧ ਬਾਣੀ ਦੀਆਂ ਵਿਚਾਰਾਂ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।